जी नाजरीन अस्सलाम वालेकुम। तुसी देख रहे हो क्राइम रिपोर्ट। मैं मां रहील ताहर। अब्दुल वहीद एक मजूर आदमी आ, ਤੁਹਾਡੇ ਸਾਹਮਣੇ ਕੈਮਰੇ 'ਚ ਔਨ ਆ। ਇਹਦੀ ਚੋਰੀ ਕੁਝ 2 ਸਾਲਾਂ ਤੋਂ ਚੋਰੀਆਂ ਹੋ ਰਹੀਆਂ ਨੇ। ਚੀਜ਼ਾਂ ਵੀ ਕੀ ਚੋਰੀ ਹੋ ਰਹੀਆਂ ਨੇ ਮੈਂ ਤੁਹਾਨੂੰ ਦੱਸਾਂ ਤੇ ਤੁਸੀਂ ਸੁਣੋ। ਸਾਨੂੰ ਮੁਸਲਮਾਨ ਮਹਾਉਣ ਦਾ ਕੋਈ ਹੱਕ ਨਹੀਂ ਕਿ ਅਸੀਂ ਅਬਦੁਲ ਵਹੀਦ ਦੀਆਂ ਉਹ ਚੀਜ਼ਾਂ ਚੋਰੀ ਕਰ ਰਹੇ ਹਾਂ ਜਿਹੜਾ ਇੱਕ ਕਮਰੇ 'ਚ ਰਹਿੰਦਾ ਤੇ ਤਨਹਾ ਇੱਕ ਇਕੱਲਾ ਵਾ। ਨਾ ਦਾ ਕੋਈ ਬੱਚਾ ਨਾ ਇਹਦੀ ਕੋਈ ਬੇਬੀ, ਇਕੱਲਾ ਤਨਹਾ ਇੱਕ ਕਮਰੇ 'ਚ ਰਹਿੰਦਾ। ਉਹ ਵੀ ਕਿਸੇ ਬੰਦੇ ਨੇ ਇਹਦੀ ਹੈਲਪ ਕੀਤੀ ਤੇ ਇਹਨੂੰ ਕਮਰਾ ਦਿੱਤਾ ਹੋਇਆ ਵਾ। ਅਬਦੁਲ ਵਹੀਦ ਦੀ ਚੋਰੀਆਂ ਹੋ ਰਹੀਆਂ ਜੀ 1.5 ਤੋਂ 2 ਸਾਲ ਤੇ। ਅਬਦੁਲ ਵਹੀਦ ਦੀ ਇੱਕ ਬੈਟਰੀ ਚੋਰੀ ਹੁੰਦੀ ਹੈ ਜਿਹਦੀ ਮਾਲੀਅਤ 20,000 ਰੁਪਇਆ ਵਾ। ਅਬਦੁਲ ਵਹੀਦ ਲੇਡੀਜ਼ ਸੂਟਾਂ ਦਾ ਕੰਮ ਕਰਦਾ ਆਪਣੀ ਰੋਟੀ 2 ਟਾਈਮ ਦੀ ਖਾਣ ਵਾਸਤੇ। 5 ਸੂਟ ਅਬਦੁਲ ਵਹੀਦ ਦੇ ਚੋਰੀ ਹੋ ਜਾਂਦੇ ਨੇ ਜਿਨ੍ਹਾਂ ਦੀ ਮਾਲੀਅਤ 6,000 ਰੁਪਇਆ ਵਾ। ਫਿਰ ਅਬਦੁਲ ਵਹੀਦ ਦਾ ਨਾਲ 10,000 ਰੁਪਇਆ ਨਗਦ ਜੋੜਿਆ ਹੋਇਆ ਉਹ ਚੋਰੀ ਹੋ ਜਾਂਦਾ ਵਾ। ਫਿਰ ਅਬਦੁਲ ਵਹੀਦ ਦਾ ਫਰਸ਼ੀ ਪੱਖਾ ਜਿਹਦੇ ਤੋਂ ਹਵਾ ਲੈਂਦਾ ਸੀ 7,000 ਰੁਪਏ ਦਾ ਇਹਨੇ ਖਰੀਦਿਆ ਸੀ ਉਹ ਵੀ ਚੋਰੀ ਹੋ ਜਾਂਦਾ ਵਾ। ਫਿਰ ਅਬਦੁਲ ਵਹੀਦ ਦੀ ਇੱਕ ਸੋਲਰ ਪਲੇਟ ਜਿਹਦੀ ਮਾਲੀਅਤ 10,000 ਰੁਪਏ ਦੀ ਆ ਉਹ ਵੀ ਚੋਰੀ ਹੋ ਜਾਂਦੀ ਆ। ਅਬਦੁਲ ਵਹੀਦ ਰਹਿੰਦਾ ਥਾਣਾ ਮਿਲਟਨ ਦੇ ਇਲਾਕੇ ਦੇ ਵਿੱਚ। ਅਬਦੁਲ ਵਹੀਦ ਥਾਣਾ ਮਿਲਟਨ ਐਪਲੀਕੇਸ਼ਨ ਦਿੰਦਾ ਵਾ, ਪੁਲਿਸ ਇਹਦਾ ਪਰਚਾ ਦੇ ਦਿੰਦੀ ਆ। ਜਦੋਂ ਪੁਲਿਸ ਪਰਚਾ ਦੇ ਦਿੰਦੀ ਆ ਅਫਜ਼ਲ ਚੱਠਾ ਇਹਦੀ ਤਫਤੀਸ਼ ਕਰਦਾ ਵਾ। ਅਬਦੁਲ ਵਹੀਦ ਸਾਹਿਬ ਥਾਣੇ ਚਲ ਜਾਂਦੇ ਆ, ਅਫਜ਼ਲ ਚੱਠੇ ਕੋਲ ਇਨਸਾਫ ਮੰਗਦੇ ਆ, ਆਂਦੇ ਆ ਜਾਂਦੇ ਆ, ਕਹਿੰਦੇ ਆ 3 ਵਾਰੀ ਮੈਂ ਥਾਣੇ ਡਿੱਗ ਗਿਆ ਵਾਂ। ਫਿਰ ਕਹਿੰਦੇ ਮੈਂ ਜਿੱਥੇ ਜਿੱਥੇ ਗਿਆ ਜਾਂ ਜੋ ਵੀ ਇਨਸਾਫ ਮੰਗਣ ਵਾਸਤੇ ਜਿਹੜਾ ਇਹਨਾਂ ਨੇ ਦਰਵਾਜ਼ਾ ਖੜਕਾਇਆ ਵਾ ਉਹ ਇਹਨਾਂ ਨੂੰ ਅਸੀਂ ਪੁੱਛ ਲੈਂਦੇ ਆ। ਬਾਕੀ ਗੱਲ ਤੁਹਾਨੂੰ ਦੱਸਦੇ ਆ। ਜੀ ਸਰ अस्सलाम वालेकुम। ਵਾਲੇਕੁਮ ਸਲਾਮ। ਸਰ ਤੁਹਾਡੇ ਨਾਲ ਕੀ ਹੋਇਆ ਦੱਸੋ। ਸਰ ਪਰਚੇ ਨੇ 2। ਅੱਛਾ ਜੀ। ਇਹ ਗੱਲ ਕਾਦੀ ਮਸਲਸਲ ਤਰੀਕੇ ਕਾਰਨ ਮੈਂ ਕਹਿੰਦਾ ਚੱਲ ਯਾਰ ਕੋਈ ਗੱਲ ਨਹੀਂ ਕਿ ਮੈਂ ਕਿਸ ਨਾਲ ਜ਼ਿਆਦਤੀ ਨਾ ਕਰਾਂ। ਹੁਣ ਮੇਰੀ ਤੀਸਰੀ ਚੋਰੀ ਹੋ ਗਈ। ਅੱਛਾ ਜੀ। 2 ਪਰਚੇ ਨੇ, ਇੱਕ ਦਰਖਾਸਤ ਆ। ਅੱਛਾ। ਮੈਂ ਅਫਜ਼ਲ ਚੱਠੇ ਦੇ ਕੋਲ ਗਿਆ। ਠੀਕ ਹੈ। ਮੈਂ ਪਤਾ ਕੀਤਾ, ਉਹਨਾਂ ਨੇ ਕਿਹਾ ਕੇਸ ਤੇਰਾ ਅਫਜ਼ਲ ਚੱਠੇ ਕੋਲ ਲਗਾ। ਠੀਕ ਹੈ। ਮੈਨੂੰ 3 ਮਹੀਨੇ ਹੋ ਗਏ ਨੇ, ਮੈਂ ਅਫਜ਼ਲ ਚੱਠੇ ਦੇ ਕੋਲ ਖੱਜਲ ਹੋ ਗਿਆ। ਠੀਕ ਹੈ। ਮੈਂ 4-5 ਦਫਾ ਆਉਂਦਾ ਰਾਹ ਵਿੱਚ ਡਿੱਗਿਆ ਹੋਈਆਂ, ਮੈਨੂੰ ਦੇਖਦਾ ਵੀ ਨਹੀਂ, ਮੈਨੂੰ ਸੁਣਦਾ ਵੀ ਇਹੋ ਜਿਹਾ ਵਾ। ਠੀਕ ਹੈ। ਆਪਣਾ ਗੱਲ ਕਾਦੀ ਬਿਮਾਰੀ 'ਚ ਮੈਂ ਡੁੱਬਿਆ ਪਿਆ ਵਾਂ। ਕਿਹੜੇ ਅਫਸਰ ਕੋ ਤੁਸੀਂ ਇਨਸਾਫ ਵਾਸਤੇ ਗਏ ਹੋ? ਮੈਂ ਗੱਲ ਕਦੀ ਅਲੀ ਅਕਬਰ ਕੋਲ ਵੀ ਪਹੁੰਚਿਆ ਵਾਂ। ਅਲੀ ਅਕਬਰ ਨੇ ਆਰਡਰ ਦਿੱਤਾ ਵਾ ਕਿ ਬੰਦੇ ਚੁੱਕ ਕੇ ਲਿਆ, ਇਹਨੂੰ ਨਾਮਜ਼ਦ ਕਰ। ਅਫਜ਼ਲ ਚੱਠੇ ਨੇ ਫਿਰ ਨਹੀਂ ਇਹ ਕੰਮ ਕੀਤਾ। ਠੀਕ ਹੈ। ਅਫਜ਼ਲ ਚੱਠਾ ਜੀ ਮੈਂ ਬੁਲਾਣੇ ਆ, ਮੈਂ ਇੰਜ ਕਰਨਾ, ਚੋਰਾਂ ਨੂੰ ਬੁਲਾ ਕੇ ਪੁੱਛਣਾ ਤੇ ਮੇਰਾ ਕੋਈ ਮੁਜਰਮ ਨਹੀਂ ਚੁੱਕਿਆ ਜਾ ਰਿਹਾ। ਜਦੋਂ ਅਲੀ ਅਕਬਰ ਤੇ ਅਫਜ਼ਲ ਚੱਠੇ ਨੇ ਤੁਹਾਡੀ ਗੱਲ ਨਹੀਂ ਸੁਣੀ ਫਿਰ ਤੁਸੀਂ ਕਿਸੇ ਅਫਸਰ ਦਾ ਦਰਵਾਜ਼ਾ ਖੜਕਾਣਾ ਸੀ, ਕਿਸੇ ਅਫਸਰ ਨਾਲ ਜਾਣਾ ਸੀ। ਸੀਪੀਓ ਬੈਠਾ ਸੀ, ਆਰਪੀਓ ਬੈਠਾ ਸੀ, ਤੁਸੀਂ ਗਏ ਹੋ? ਸਰ ਮੈਂ ਸੀਪੀਓ ਦੇ ਦਫ਼ਤਰ ਗਿਆ ਵਾਂ। ਅੱਛਾ ਜੀ। ਸੀਪੀਓ ਦੇ ਕਰਿੰਦਿਆਂ ਨੇ ਮੈਨੂੰ ਨਹੀਂ ਮਿਲਣ ਦਿੱਤਾ। ਸੀਪੀਓ ਸਾਹਿਬ ਨਾਲ ਤੁਹਾਡੀ ਮੁਲਾਕਾਤ ਨਹੀਂ ਹੋਣ ਦਿੱਤੀ? ਕੋਈ ਮੁਲਾਕਾਤ ਨਹੀਂ ਹੋਣ ਦਿੱਤੀ। ਮੈਂ ਬੜੇ ਤਰਲੇ ਲਏ, ਮੈਂ ਕਿਹਾ ਤੁਸੀਂ ਇੱਥੋਂ ਸੀਪੀਓ ਦੇ ਦਫ਼ਤਰ ਚੋਂ ਫੋਨ ਕਰ ਦਿਓ। ਅੱਛਾ। ਤੇ ਉਹਨਾਂ ਨੇ ਕੋਈ ਫੋਨ ਫਾਨ ਨਹੀਂ ਕੀਤਾ। ਉਹਨਾਂ ਨੇ ਮੈਨੂੰ ਛੋਟੀਆਂ ਚਿੱਟਾਂ ਦਿੱਤੀਆਂ ਕਿ ਐਸਪੀ ਦੇ ਕੋਲ ਚਲ ਜਾ। ਮੈਂ ਐਸਪੀ ਦੇ ਕੋਲ ਗਿਆ ਵਾਂ ਤੇ ਐਸਪੀ ਦੇ ਮੈਂ ਹੱਥ ਜੋੜੇ ਨੇ ਐਸਪੀ ਦੇ ਕੋਲ। ਮੈਂ ਬੈਠਾ ਰਿਹਾ ਸਾਰੀ ਦਿਹਾੜੀ, ਚਲੋ ਮੈਨੂੰ ਮਿਲਾ ਦਿੱਤਾ ਗਿਆ। ਮੈਂ ਕਿਹਾ ਐਸਪੀ ਸਾਹਿਬ ਖੁਦਾ ਦੇ ਵਾਸਤੇ, ਰਸੂਲ ਦੇ ਵਾਸਤੇ ਕਿ ਤੁਹਾਡੀ ਮਿਹਰਬਾਨੀ ਆ ਕਿ ਮੇਰੇ ਹਾਲ ਤੇ ਰਹਿਮ ਕਰੋ ਕਿ ਮੇਰੇ ਕੋਲ ਟੁਰਿਆ ਫਿਰਿਆ ਨਹੀਂ ਜਾਂਦਾ। ਮੈਂ 3 ਮਹੀਨੇ ਹੋ ਗਏ ਖੱਜਲ ਹੋ ਗਿਆ। ਤੁਸੀਂ ਇੱਕ ਦਫਾ ਮਿਲਟਨ ਥਾਣੇ 'ਚ ਫੋਨ ਕਰ ਦਿਓ। ਗੱਲ ਕਰੀ ਉਹਨਾਂ ਨੇ ਆਪਣਾ ਮੈਨੂੰ ਡੀਐਸਪੀ ਦੇ ਕੋਲ ਭੇਜ ਦਿੱਤਾ ਤੇ ਮੈਂ ਸਾਰੇ ਪਰੇ ਕੁੜਿਆਂ ਵਾਲੇ ਖੱਜਲ ਖਰਾਬ ਹੋ ਕੇ ਡਿੱਗਦਾ ਟਰਦਾ ਕਿਉਂ ਦੇਖਦਾ ਸੁਣਦਾ ਮੈਨੂੰ ਇਹੋ ਜਿਹਾ ਗਰਮੀ ਦੇ ਵਿੱਚ ਮੈਂ ਇੰਨਾ ਪਰੇਸ਼ਾਨ ਹੋਇਆ ਕਿ ਕੋਈ ਹਿਸਾਬ ਨਹੀਂ। ਆਪਣਾ ਫਿਰ ਡੀਐਸਪੀ ਦੇ ਦਫ਼ਤਰ ਭੇਜ ਗਿਆ ਵਾ, ਉਹਨਾਂ ਨੇ ਅੱਗੇ ਮੈਨੂੰ ਇਹਦੇ ਕੋਲ ਹੀ ਭੇਜ ਦਿੱਤਾ ਤੇ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ। ਮੈਂ ਆੜਾ ਪਾਉਂਦਾ ਵਾ ਆਪਣਾ ਸੀਪੀਓ ਸਾਹਿਬ ਨੂੰ, ਆਰਪੀਓ ਸਾਹਿਬ ਨੂੰ, ਮੇਰੇ ਤੇ ਮਿਹਰਬਾਨੀ ਕਰੋ ਕਿ ਮੈਨੂੰ ਤੇ ਡਾਕਟਰ ਨੇ ਜਵਾਬ ਦਿੱਤਾ ਵਾ। ਮੈਂ ਫਿਰ ਵੀ ਅੱਲਾ ਦੇ ਆਸਰੇ ਤੇ ਟੁਰਿਆ ਫਿਰਦਾ, ਮੈਂ ਕਿਸੇ ਗਾੜੀ ਹੱਥ ਨਹੀਂ ਕਰਦਾ। ਜੇ ਕੋਈ ਮੇਰੇ ਤੇ ਕੋਈ ਮਿਹਰਬਾਨੀ ਕਰ ਦਿੰਦਾ ਉਹਦੀ ਮਿਹਰਬਾਨੀ ਆ। ਤੇ ਆਰਪੀਓ ਸਾਹਿਬ ਤੁਹਾਡੀ ਮਿਹਰਬਾਨੀ ਆ, ਮਿਹਨਤ ਵਾਲੀ ਗੱਲ ਆ, ਮੇਰਾ ਕੰਮ ਹੋਣਾ ਚਾਹੀਦਾ ਵਾ। ਮੈਂ ਮਰੀਮ ਸਾਹਿਬ ਨੂੰ ਵੀ ਆਪਣਾ ਗੱਲ ਕਦੀ ਸੀਪੀਓ ਸਾਹਿਬ ਨੂੰ ਮਿਹਨਤ ਕਰਦਾ ਵਾਂ। ਗੱਲ ਕਦੀ ਕਿ ਇਹਨਾਂ ਪੂਰੀ ਟੀਮ ਹੀ ਗੰਦੀ ਆ ਦੀ ਅਫਜ਼ਲ ਚੱਠੇ ਦੀ। ਗੱਲ ਕਦੀ ਮੈਨੂੰ ਇੰਨਾ ਖੱਜਲ ਕੀਤਾ ਵਾ ਕਿ ਕੋਈ ਸੀਪੀਓ ਫੈਸਲਾਬਾਦ ਤਨਵੀਰ ਹੁਸੈਨ ਸਾਹਿਬ ਇੱਕ ਮਜ਼ਦੂਰ ਆਦਮੀ ਜਿਹਦੇ ਹੱਥ ਵੀ ਨਹੀਂ ਹੈ ਤੇ ਅੱਖਾਂ ਤੋਂ ਉਹਨੂੰ ਨਜ਼ਰ ਵੀ ਨਹੀਂ ਆਉਂਦਾ।
ਉਹ ਤੁਹਾਡੇ ਦਫ਼ਤਰ ਵੀ ਆਇਆ ਵਾ, ਤੁਹਾਡੇ ਦਫ਼ਤਰ ਦੇ ਅਮਲੇ ਨੇ ਉਹਨੂੰ ਕੱਢ ਦਿੱਤਾ ਤੇ ਤੁਹਾਡੇ ਤੱਕ ਨਹੀਂ ਪਹੁੰਚਣ ਦਿੱਤਾ। ਉਸ ਤੋਂ ਬਾਅਦ ਆਰਪੀਓ ਸਾਹਿਬ ਨੂੰ ਵੀ ਇਹਦੀ ਅਪੀਲ ਆ, ਇਹ ਮਜ਼ਦੂਰ ਆਦਮੀ ਆ, ਸਾਰੇ ਦੀਆਂ 60 ਤੋਂ 70 ਹਜ਼ਾਰ ਰੁਪਏ ਦੀਆਂ ਚੀਜ਼ਾਂ ਵਾ, 1 ਸਾਲ ਤੋਂ ਇਹ ਥਾਣਿਆਂ ਦੇ ਚੱਕਰ ਲਾ ਰਿਹਾ ਵਾ। ਕਿਆ ਕਿਸੇ ਵੀ ਪੁਲਿਸ ਅਫਸਰ 'ਚ ਇੰਨੀ ਹਿੰਮਤ ਨਹੀਂ ਪਈ, ਇਹਨੂੰ ਕੋਈ ਮੰਜੀ ਲੈ ਦਿੰਦਾ, ਇਹਨੂੰ ਕੋਈ ਪੱਖਾ ਲੈ ਦਿੰਦਾ, ਇਹਨੂੰ ਕੋਈ ਬੈਟਰੀ ਲੈ ਦਿੰਦਾ, ਇਹਦੀ ਸੋਲਰ ਪਲੇਟ ਹੀ ਲੈ ਦਿੰਦਾ। ਕਮ ਸੇ ਕਮ ਇਹ ਮਾਸ਼ਰਾ ਸਾਰਾ ਜਿਹੜਾ ਸਾਡਾ ਵਾ, ਇਹ ਪੁਲਿਸ ਮਹਿਕਮਾ ਜਿਹੜਾ ਵਾ, ਇਹ ਕਿੱਥੇ ਸੁੱਤਾ ਹੋਇਆ ਵਾ? ਜਿੱਥੇ ਸੀਪੀਓ ਹੁਸੈਨ ਵਗੈਰੇ ਦਲੇਰ ਅਫਸਰ ਹੋਣ ਤੇ ਆਰਪੀਓ ਸੇਲ ਅਖਤਰ ਸਕੇਰਾ ਵਗੈਰੇ ਅਫਸਰ ਬੈਠੇ ਹੋਣ ਤੇ ਇਹਨਾਂ ਗਰੀਬਾਂ ਨੂੰ ਇਨਸਾਫ ਨਾ ਮਿਲੇ, ਇਹ ਰੋ ਰੋ ਕੇ ਸਾਡੇ ਕੋਲ ਆਣ। ਜਿਹੜੀਆਂ ਖੁੱਲੀਆਂ ਕਚਹਿਰੀਆਂ ਵੱਡੀਆਂ ਲੱਗ ਰਹੀਆਂ ਨੇ, ਉੱਥੇ ਲੋਕਾਂ ਨੂੰ ਇਨਸਾਫ ਮਿਲ ਰਿਹਾ, ਇਹਨਾਂ ਨੂੰ ਇਨਸਾਫ ਇਹਨਾਂ ਦੇ ਥਾਣਿਆਂ 'ਚ ਕਿਉਂ ਨਹੀਂ ਮਿਲਦਾ? ਅਲੀ ਅਕਬਰ ਐਸਐਚਓ ਨੂੰ ਪੁੱਛਿਆ ਜਾਵੇ ਕਿ ਇਹਨੂੰ ਤੂੰ ਮੰਜੀ ਨਹੀਂ ਸੀ ਲੈ ਕੇ ਦੇ ਸਕਦਾ, ਕਿਹਾ ਤੂੰ ਇਹਨੂੰ ਬੈਟਰੀ ਨਹੀਂ ਸੀ ਲੈ ਕੇ ਦੇਣਾ? ਇਸ ਗਰੀਬ ਦਾ ਕੀ ਕਸੂਰ ਹੈ? ਇਹ ਅਫਜ਼ਲ ਚੱਠਾ ਜਿਹੜਾ ਸਬ ਇੰਸਪੈਕਟਰ ਹੈ, ਇਹਨੂੰ ਪੁੱਛਿਆ ਜਾਵੇ, ਤੂੰ ਇਹਨੂੰ ਹਰ ਵਾਰੀ ਬੁਲਾਣਾ ਸੀ, ਇਹਦੇ ਇਕੱਠ ਕਰਦਾ ਸੀ, ਇਹਦਾ ਕਿਹੜਾ ਕੋਈ ਲੜਾਈ ਦਾ ਕੇਸ ਸੀ? ਇਸ ਗਰੀਬ ਦੀ ਤੇ ਚੋਰੀ ਹੋਈ ਨਾ। ਚੋਰੀ ਤੁਹਾਡੀਆਂ ਚੀਜ਼ਾਂ ਕਿੰਨੇ ਦਿੱਤੀਆਂ ਵਾ ਤੇ ਤੁਹਾਡੇ ਚੋਰ ਕੀ ਨੇ, ਉਹਨਾਂ ਦੇ ਨਾਮ ਹੀ ਦੱਸੋ ਸੱਚ। ਇੱਕ ਫਰਾਜ਼ ਅਹਿਮਦ ਹੈ। ਫਰਾਜ਼ ਅਹਿਮਦ ਕਿੱਥੇ ਰਹਿੰਦਾ ਹੈ? ਉਹ ਮੇਰੇ ਸਾਹਮਣੇ ਹੀ ਆ। ਹੋਰ ਕੌਣ ਹੈ? ਸ਼ਬੀਰ ਅਹਿਮਦ ਆ। ਇੱਕ ਸ਼ਬੀਰ ਆ ਤੇ ਇੱਕ ਫਰਾਜ਼ ਆ, ਉਹ ਜਿਨ੍ਹਾਂ ਤੇ ਇਹ ਇਲਜ਼ਾਮ ਲਾ ਰਹੇ ਨੇ ਕਿ ਇਹ ਮੇਰੇ ਚੋਰ ਨੇ। ਆਰਪੀਓ ਸਾਹਿਬ ਕੋਈ ਮਿਹਰਬਾਨੀ ਫਰਮਾਓ, ਜ਼ਰੂਰੀ ਨਹੀਂ ਸਰ ਕਿ ਜਨਾਬ ਕੋਈ ਵੀਡੀਓ ਵਾਇਰਲ ਹੋਵੇ ਤੇ ਉਸ ਬੰਦੇ ਨੂੰ ਇਨਸਾਫ ਮਿਲਣਾ ਚਾਹੀਦਾ। ਉਹਨਾਂ ਬੰਦਿਆਂ ਨੂੰ, ਇਹਨਾਂ ਮਜ਼ਦੂਰ ਆਦਮੀ ਨੂੰ ਇਨਸਾਫ ਦਿਲਾਓ। ਸੀਪੀਓ ਸਾਹਿਬ ਇਹਦੀ ਗੱਲ ਸੁਣੋ, ਇਹਨੂੰ ਇਨਸਾਫ ਦਿਲਾਓ। ਜਿਨ੍ਹਾਂ ਨੇ ਇਹਨੂੰ ਇਨਸਾਫ ਨਹੀਂ ਦਿੱਤਾ ਵਾ, ਉਹਨਾਂ ਨੂੰ ਸਜ਼ਾ ਦਿਓ। ਮੇਰੀ ਅਪੀਲ ਸੀਐਮ ਪੰਜਾਬ ਮਰੀਮ ਨਵਾਜ਼ ਸ਼ਰੀਫ ਅੱਗੇ ਵੀ ਆ ਕਿ ਇਹ ਗਰੀਬ ਹੱਥ ਰੋ ਰੋ ਕੇ ਤੁਹਾਡੇ ਅੱਗੇ ਅਪੀਲ ਕਰ ਰਿਹਾ ਕਿ ਮੈਨੂੰ ਇਨਸਾਫ ਦਿਵਾਓ, ਤੇ ਲਿਹਾਜ਼ਾ ਮਿਹਰਬਾਨੀ ਕਰੋ ਇਸ ਗਰੀਬ ਦੀਆਂ ਚੀਜ਼ਾਂ ਤੇ ਇਹਨੂੰ ਇਨਸਾਫ ਦਿਵਾਓ। ਬਹੁਤ ਸ਼ੁਕਰੀਆ।